ਹੈਲੋ ਫਰੈਂਡਸ, ਕੀ ਹਾਲ ਹੈ ਤੁਹਾਡਾ। ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਧੋਖਾ। ਆਓ ਸੁਣਦੇ ਹਾਂ ਕਹਾਣੀ ਧੋਖਾ। ਬਚਪਨ ਵਿੱਚ ਸੀਮਾ ਜਦੋਂ ਵੀ ਕੋਈ ਉੱਡਦਾ ਜਹਾਜ਼ ਦੇਖਦੀ ਤਾਂ ਉਸਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਵਿੱਚ ਹੈਰਾਨੀ ਨਾਲ ਚਮਕ ਆ ਜਾਂਦੀ ਸੀ। ਐਨੇ ਛੋਟੇ ਜਿਹੇ ਜਹਾਜ਼ ਵਿੱਚ ਐਨੇ ਲੋਕ ਕਿਵੇਂ ਬੈਠਦੇ ਹੋਣਗੇ? ਉਹਨਾਂ ਨੂੰ ਡਰ ਨਹੀਂ ਲੱਗਦਾ ਹੋਵੇਗਾ? ਅਤੇ ਵੱਡੀ ਹੋਣ ਤੱਕ ਕਦੇ ਜਹਾਜ਼ ਵਿੱਚ ਬੈਠਣ ਦਾ ਸੁਪਨਾ ਵੀ ਨਹੀਂ ਆਇਆ ਸੀ। ਪਰ ਉਹ ਚੀਜ਼ ਜਿਸ ਬਾਰੇ ਸੀਮਾ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ, ਅੱਜ ਸੱਚ ਹੋ ਗਈ ਹੈ। ਸਮੇਂ ਨੇ ਅਜਿਹਾ ਮੋੜ ਲੈ ਲਿਆ ਸੀ ਕਿ ਅੱਜ ਉਹ ਜਹਾਜ਼ ਵਿੱਚ ਸਵਾਰ ਹੋ ਕੇ 7 ਸਮੁੰਦਰ ਪਾਰ ਕਰ ਰਹੀ ਸੀ। ਇਹੀ ਸੱਚ ਸੀ, ਬਾਕੀ ਸਭ ਝੂਠ ਸੀ। ਹਾਲਾਂਕਿ ਕਹਾਣੀਆਂ ਜਾਂ ਫਿਲਮਾਂ ਵਿੱਚ ਅਜਿਹਾ ਹੁੰਦਾ ਹੈ ਕਿ ਇੱਕ ਰਾਜਕੁਮਾਰ ਆਉਂਦਾ ਹੈ ਅਤੇ ਇੱਕ ਗਰੀਬ ਪਰਿਵਾਰ ਦੀ ਲੜਕੀ ਨਾਲ ਵਿਆਹ ਕਰ ਲੈਂਦਾ ਹੈ, ਪਰ ਅਸਲ ਵਿੱਚ ਉਸਦੀ ਜ਼ਿੰਦਗੀ ਵਿੱਚ ਅਜਿਹਾ ਹੀ ਹੋਇਆ ਸੀ। ਜਿਵੇਂ ਹੀ ਉਸਨੇ ਆਪਣੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ, ਗੌਰਵ ਉਸਦੀ ਜ਼ਿੰਦਗੀ ਵਿੱਚ ਆ ਗਿਆ ਸੀ। ਗੌਰਵ ਅਮਰੀਕਾ ਵਿੱਚ ਕੰਪਨੀ ਵਿੱਚ ਨੌਕਰੀ ਕਰਦਾ ਸੀ। ਉਸਦੇ ਇੱਕ ਦੂਰ ਦੇ ਰਿਸ਼ਤੇਦਾਰ ਨੇ ਗੌਰਵ ਦੀ ਦੱਸ ਪਾਈ ਸੀ ਅਤੇ ਗੌਰਵ ਨੂੰ ਸੀਮਾ ਪਸੰਦ ਆ ਗਈ ਸੀ। ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਸੀ ਕਿ ਕੁਝ ਵੀ ਸੋਚਣ ਦਾ ਮੌਕਾ ਨਹੀਂ ਮਿਲਿਆ ਸੀ। ਪਰਿਵਾਰ ਵਾਲਿਆਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਧੀ ਨੂੰ ਅਜਿਹਾ ਘਰ ਅਤੇ ਅਜਿਹਾ ਪਤੀ ਬਿਨਾਂ ਕਿਸੇ ਲੈਣ ਦੇਣ ਦੇ ਮਿਲ ਗਿਆ ਸੀ। ਕੋਈ ਵੀ ਗਰੀਬ ਮਾਂ-ਬਾਪ ਇਸ ਤੋਂ ਵੱਧ ਹੋਰ ਕੀ ਚਾਹੁੰਦਾ ਹੈ? ਧੀ ਰਾਜ ਕਰੇਗੀ। ਇੱਕ ਹਫ਼ਤੇ ਵਿੱਚ ਹੀ ਝੱਟ ਮੰਗਣੀ ਤੇ ਪੱਟ ਵਿਆਹ ਹੋ ਗਿਆ। ਗੌਰਵ ਜ਼ਿਆਦਾ ਦੇਰ ਰੋਕ ਨਹੀਂ ਸਕਦਾ ਸੀ। ਉਸਨੂੰ ਵਿਆਹ ਦੇ ਦੂਜੇ ਦਿਨ ਹੀ ਜਾਣਾ ਪਿਆ। ਸੀਮਾ ਦੇ ਸਾਰੇ ਕਾਗਜ਼ ਤਿਆਰ ਕਰਨੇ ਪਏ, ਵੀਜ਼ਾ ਲੈਣਾ ਪਿਆ। ਸੀਮਾ ਨੂੰ ਜਾਣ ਲਈ ਕੁਝ ਸਮਾਂ ਲੱਗਣਾ ਸੀ। ਸੀਮਾ ਉਹਨਾਂ ਦਿਨਾਂ ਤੱਕ ਆਪਣੇ ਸਹੁਰੇ ਘਰ ਹੀ ਰਹੀ। ਬਜ਼ੁਰਗ ਸੱਸ ਤੇ ਸਹੁਰਾ ਦੋਵੇਂ ਬਹੁਤ ਚੰਗੇ ਸਨ ਅਤੇ ਫਿਰ ਕੁਝ ਹੀ ਦਿਨਾਂ ਵਿੱਚ ਸੀਮਾ ਦੀ ਫਲਾਈਟ ਦਾ ਸਮਾਂ ਆ ਗਿਆ ਸੀ। ਅੱਖਾਂ ਵਿੱਚ ਸੁਪਨੇ ਲੈ ਕੇ ਅੱਜ ਸੀਮਾ ਹਵਾਈ ਜਹਾਜ਼ ਵਿੱਚ ਉੱਡ ਰਹੀ ਸੀ। ਜਿਸ ਦਾ ਉਸਨੇ ਕਦੇ ਸੁਪਨਾ ਵੀ ਨਹੀਂ ਸੀ ਦੇਖਿਆ, ਅੱਜ ਉਹ ਹਕੀਕਤ ਬਣ ਗਿਆ। ਜਹਾਜ਼ ਵਿੱਚ ਬੈਠਦਿਆਂ ਹੀ ਸੀਮਾ ਦੀਆਂ ਅੱਖਾਂ ਨੇ ਅੱਜ ਪਹਿਲੀ ਵਾਰ ਕੁਝ ਰੰਗੀਨ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸਨ। ਗੌਰਵ ਉਸਨੂੰ ਨਿਊਯਾਰਕ ਦੇ ਏਅਰਪੋਰਟ ਤੇ ਲੈਣ ਆਇਆ ਸੀ। ਉਸਦੀ ਇੱਕ ਦੋਸਤ ਵੀ ਉਸਦੇ ਨਾਲ ਆਈ ਸੀ। ਗੌਰਵ ਨੇ ਉਸ ਨਾਲ ਜਾਣ ਪਛਾਣ ਕਰਵਾਈ। ਸੀਮਾ ਹੀ ਮੇਰੀ ਦੋਸਤ ਡਾਲੀਆ ਅਤੇ ਡਾਲੀਆ ਹੀ ਸੀਮਾ ਹੈ। ਇਹ ਸਭ ਕੁਝ ਵਿਦੇਸ਼ਾਂ ਵਿੱਚ ਆਮ ਹੈ। ਸੀਮਾ ਨੂੰ ਇਸ ਗੱਲ ਦਾ ਪਤਾ ਸੀ, ਇਸ ਲਈ ਉਸਨੂੰ ਬੁਰਾ ਨਹੀਂ ਲੱਗਾ। ਹੱਸਦੇ ਹੋਏ ਉਸਨੇ ਡਾਲੀਆ ਨਾਲ ਹੱਥ ਮਿਲਾਇਆ। ਡਾਲੀਆ ਸੀਮਾ ਦੀ ਅਨੋਖੀ ਖੂਬਸੂਰਤੀ ਦੇਖ ਕੇ ਹੈਰਾਨ ਰਹਿ ਗਈ। ਤਿੰਨੇ ਇਕੱਠੇ ਘਰ ਆ ਗਏ। ਇੱਥੇ ਨਵੀਂ ਵਹੁਟੀ ਦਾ ਸਵਾਗਤ ਕਿਸਨੇ ਕਰਨਾ ਸੀ? ਸੀਮਾ ਸਧਾਰਨ ਤਰੀਕੇ ਨਾਲ ਹੀ ਘਰ ਵਿੱਚ ਦਾਖਲ ਹੋ ਗਈ ਸੀ। ਗੌਰਵ ਨੇ ਖਾਣ ਲਈ ਬਾਹਰੋਂ ਮੰਗਵਾਇਆ ਸੀ। ਤਿੰਨਾਂ ਨੇ ਇਕੱਠੇ ਖਾਣਾ ਖਾਧਾ। ਸੀਮਾ ਨੇ ਗੌਰਵ ਦੇ ਬੋਲਾਂ ਵਿੱਚ ਨਿੱਘ ਦੀ ਕਮੀ ਮਹਿਸੂਸ ਕੀਤੀ, ਪਰ ਇਹ ਸੋਚ ਕੇ ਕਿ ਸ਼ਾਇਦ ਇਹ ਕਿਸੇ ਤੀਜੇ ਵਿਅਕਤੀ ਦੀ ਮੌਜੂਦਗੀ ਕਾਰਨ ਹੋਵੇਗਾ, ਸੀਮਾ ਨੇ ਕੁਝ ਨਹੀਂ ਕਿਹਾ। ਰਾਤ ਦਾ ਖਾਣਾ ਖਾਣ ਤੋਂ ਬਾਅਦ ਗੌਰਵ ਨੇ ਸੀਮਾ ਨੂੰ ਇੱਕ ਕਮਰਾ ਦਿਖਾਇਆ ਅਤੇ ਕਿਹਾ, ਸੀਮਾ, ਅੱਜ ਤੋਂ ਇਹ ਤੇਰਾ ਕਮਰਾ ਹੈ। ਮੇਰਾ? ਸੀਮਾ ਨੂੰ ਕੁਝ ਸਮਝ ਨਹੀਂ ਆਇਆ। ਉਸਨੇ ਗੌਰਵ ਵੱਲ ਦੇਖਿਆ। ਗੌਰਵ ਸੀਮਾ ਦੀਆਂ ਅੱਖਾਂ ਵਿੱਚ ਤੈਰ ਰਹੇ ਸਵਾਲ ਨੂੰ ਸਮਝ ਰਿਹਾ ਸੀ। ਹੁਣ ਸਪਸ਼ਟਤਾ ਦਾ ਸਮਾਂ ਆ ਗਿਆ ਸੀ। ਦੇਖੋ ਸੀਮਾ, ਡਾਲੀਆ ਨਾ ਸਿਰਫ ਮੇਰੀ ਦੋਸਤ ਹੈ, ਸਗੋਂ ਮੇਰੀ ਪ੍ਰੇਮਿਕਾ ਵੀ ਹੈ। ਅਸੀਂ ਦੋਵੇਂ ਪਿਛਲੇ 1 ਸਾਲ ਤੋਂ ਇਕੱਠੇ ਰਹਿੰਦੇ ਆ ਰਹੇ ਹਾਂ। ਮੈਨੂੰ ਪਤਾ ਹੈ ਕਿ ਤੂੰ ਇਹ ਪਸੰਦ ਨਹੀਂ ਕਰੇਂਗੀ, ਪਰ ਮੈਂ ਕੀ ਕਰ ਸਕਦਾ ਹਾਂ? ਤੇਰੇ ਨਾਲ ਵਿਆਹ ਕਰਨਾ ਮੇਰੀ ਮਜਬੂਰੀ ਸੀ। ਮੇਰੇ ਮਾਤਾ-ਪਿਤਾ ਨੇ ਇਹ ਸ਼ਰਤ ਰੱਖੀ ਸੀ ਕਿ ਜੇ ਮੈਂ ਕਿਸੇ ਇੰਡੀਅਨ ਕੁੜੀ ਨਾਲ ਵਿਆਹ ਕਰਵਾ ਲਿਆ ਤਾਂ ਹੀ ਮੈਂ ਉਹਨਾਂ ਦੀ ਜਾਇਦਾਦ ਦਾ ਵਾਰਸ ਹੋਵਾਂਗਾ। ਇਸ ਲਈ ਮੈਨੂੰ ਤੇਰੇ ਨਾਲ ਵਿਆਹ ਕਰਨਾ ਪਿਆ। ਉਹ ਡਾਲੀਆ ਬਾਰੇ ਕੁਝ ਨਹੀਂ ਜਾਣਦੇ। ਹਾਲਾਂਕਿ ਮੈਂ ਤੈਨੂੰ ਇਹ ਸਭ ਕੁਝ ਪਹਿਲੇ ਦਿਨ ਹੀ ਨਹੀਂ ਦੱਸਣਾ ਸੀ, ਪਰ ਡਾਲੀਆ ਨੇ ਕਿਹਾ ਸੀ ਕਿ ਅੱਜ ਹੀ ਸਾਰੀ ਗੱਲ ਤੈਨੂੰ ਸਪਸ਼ਟ ਦੱਸ ਦੇਣੀ ਚਾਹੀਦੀ ਹੈ। ਮਾਫ਼ ਕਰਨਾ, ਪਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਡਾਲੀਆ ਸਾਹਮਣੇ ਬੈਠੀ ਸਭ ਕੁਝ ਸੁਣ ਰਹੀ ਸੀ। ਗੌਰਵ ਦੇ ਨਾਲ ਰਹਿ ਕੇ ਉਹ ਹਿੰਦੀ ਸਮਝਣ ਲੱਗ ਪਈ ਅਤੇ ਥੋੜੀ ਬਹੁਤੀ ਹਿੰਦੀ ਬੋਲ ਵੀ ਲੈਂਦੀ ਸੀ। ਡਾਲੀਆ ਸੀਮਾ ਦੇ ਸਾਹਮਣੇ ਬੈਠੀ ਸਭ ਕੁਝ ਦੇਖ ਰਹੀ ਸੀ। ਸੀਮਾ ਹੁਣ ਕੀ ਕਰੇਗੀ? ਸੀਮਾ ਕੁਝ ਦੇਰ ਤੱਕ ਕੁਝ ਨਾ ਕਹਿ ਸਕੀ। ਸੰਨਾਟਾ ਛਾ ਗਿਆ। ਸੀਮਾ ਦਾ ਮਨ ਉੱਚੀ ਉੱਚੀ ਚੀਕਣ ਨੂੰ ਕਰ ਰਿਹਾ ਸੀ, ਪਰ ਇੱਥੇ ਕੌਣ ਸੁਣੇਗਾ? ਇੱਥੇ ਉਸਦਾ ਕੌਣ ਸੀ ਜਿਸ ਨੂੰ ਉਹ ਆਪਣਾ ਸਮਝਦੀ ਸੀ ਤੇ ਜਿਸ ਦੇ ਸਹਾਰੇ ਉਹ ਇੱਥੇ ਆਈ ਸੀ? ਤੇ ਉਹ ਆਪ ਹੀ।
ਰੋਣ ਦਾ ਕੋਈ ਮਤਲਬ ਨਹੀਂ ਸੀ। ਇਸ ਵਿਅਕਤੀ ਨੇ ਪਿਆਸਿਆਂ ਲਈ ਇੱਕ ਔਰਤ ਦੀ ਜਾਨ ਦਾਅ ਤੇ ਲਾ ਦਿੱਤੀ ਸੀ। ਉਹ ਕੀ ਕਰ ਸਕਦੀ ਸੀ? ਕੁਝ ਦੇਰ ਲਈ ਚੁੱਪ ਛਾ ਗਈ। ਫਿਰ ਸੀਮਾ ਨੇ ਹੌਲੀ ਜਿਹੀ ਪੁੱਛਿਆ, ਹੁਣ ਮੈਂ ਕੀ ਕਰਨਾ ਹੈ? ਦੇਖ ਸੀਮਾ, ਮੈਂ ਇੰਨਾ ਬੁਰਾ ਇਨਸਾਨ ਨਹੀਂ ਹਾਂ। ਮੇਰਾ ਤੈਨੂੰ ਦੁੱਖ ਦੇਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਮੈਂ ਇਹ ਵੀ ਚੰਗੀ ਤਰ੍ਹਾਂ ਜਾਣਦਾ ਕਿ ਤੇਰੇ ਲਈ ਇਸ ਤੋਂ ਵੱਧ ਦੁੱਖਦਾਈ ਹੋਰ ਕੁਝ ਨਹੀਂ ਹੋ ਸਕਦਾ। ਪਲੀਜ਼ ਮੈਨੂੰ ਮਾਫ ਕਰ ਦਿਓ। ਮੇਰਾ ਪਿਆਰ ਮੇਰੀ ਮਜਬੂਰੀ ਹੈ। ਤੂੰ ਇੱਥੇ ਆਰਾਮ ਨਾਲ ਰਹਿ ਸਕਦੀ ਹੈ। ਤੈਨੂੰ ਇੱਥੇ ਕੋਈ ਸਮੱਸਿਆ ਨਹੀਂ ਹੋਵੇਗੀ, ਪਰ ਸਾਡੇ ਵਿਚਕਾਰ ਕੋਈ ਪਤੀ ਪਤਨੀ ਦਾ ਰਿਸ਼ਤਾ ਨਹੀਂ ਹੋਵੇਗਾ। ਤੈਨੂੰ ਭੁੱਲਣਾ ਪਏਗਾ ਕਿ ਮੈਂ ਤੇਰਾ ਪਤੀ ਹਾਂ ਅਤੇ ਮੈਂ ਵੀ ਭੁੱਲ ਜਾਵਾਂਗਾ ਕਿ ਤੂੰ ਮੇਰੀ ਪਤਨੀ ਹੈ। ਅਸੀਂ ਦੋਸਤ ਬਣ ਕੇ ਰਹਾਂਗੇ। 2 ਸਾਲ ਬਾਅਦ ਜੇਕਰ ਤੂੰ ਘਰ ਵਾਪਸ ਜਾਣਾ ਚਾਹੇ ਤਾਂ ਤੂੰ ਜਾ ਸਕਦੀ ਹੈ। ਮੇਰੇ ਮਾਤਾ ਪਿਤਾ ਦੀ ਸ਼ਰਤ ਸਿਰਫ 2 ਸਾਲ ਦੀ ਹੈ। ਫਿਰ ਮੈਂ ਉਹਨਾਂ ਦੀ ਜਾਇਦਾਦ ਪ੍ਰਾਪਤ ਕਰ ਲਵਾਂਗਾ ਅਤੇ ਫਿਰ ਜੇ ਤੂੰ ਚਾਹੇ ਤਾਂ ਕਿਸੇ ਹੋਰ ਨਾਲ ਵਿਆਹ ਕਰ ਸਕਦੀ ਹੈ। ਸੀਮਾ ਦੇ ਦਿਮਾਗ ਵਿੱਚ ਸਵਾਲ ਆਇਆ, ਵਿਆਹ ਤੋਂ ਬਾਅਦ ਉਹਨਾਂ ਵੱਲੋਂ ਇਕੱਠੇ ਬਿਤਾਈ ਰਾਤ ਦਾ ਕੀ ਮਤਲਬ ਸੀ? ਉਹ ਗੌਰਵ ਤੋਂ ਜਵਾਬ ਮੰਗਣਾ ਚਾਹੁੰਦੀ ਸੀ ਕਿ ਉਸ ਨੂੰ ਉਸਦੀ ਵਰਜਿਨਿਟੀ ਵਾਪਸ ਦੇ ਸਕਦਾ ਹੈ, ਪਰ ਉਹ ਪੁੱਛ ਨਾ ਸਕੀ। ਉਸਨੇ ਆਰਾਮ ਨਾਲ ਪੁੱਛਿਆ, ਤੇ ਮੈਨੂੰ ਇੱਥੇ ਰਹਿ ਕੇ ਕੀ ਕਰਨਾ ਪਏਗਾ? ਕੁਝ ਨਹੀਂ, ਮੈਂ ਅਤੇ ਡਾਲੀਆ ਅਸੀਂ ਦੋਵੇਂ ਵੀ ਇੱਥੇ ਹੀ ਰਹਾਂਗੇ, ਕਿਉਂਕਿ ਡਾਲੀਆ ਦਾ ਆਪਣਾ ਕੋਈ ਘਰ ਨਹੀਂ ਹੈ। ਤੂੰ ਇੱਥੇ ਆਪਣੇ ਤਰੀਕੇ ਨਾਲ ਰਹਿ ਸਕਦੀ ਹੈ। ਜੋ ਵੀ ਤੇਰੇ ਮਨ ਵਿੱਚ ਆਉਂਦਾ ਹੈ ਉਹ ਕਰ ਤੇ ਖੁਸ਼ ਰਹਿ। ਗੌਰਵ ਨੇ ਖੁੱਲੇ ਦਿਲ ਨਾਲ ਕਿਹਾ। ਸੀਮਾ 2-3 ਮਿੰਟ ਚੁੱਪ ਰਹੀ। ਫਿਰ ਅਚਾਨਕ ਉੱਚੀ ਉੱਚੀ ਹੱਸ ਪਈ। ਗੌਰਵ ਮੂਰਤੀ ਵਾਂਗ ਉਸ ਵੱਲ ਦੇਖਦਾ ਰਿਹਾ ਕਿ ਇਹ ਔਰਤ ਪਾਗਲ ਤਾਂ ਨਹੀਂ ਹੋ ਗਈ, ਰੋਣ ਦੀ ਬਜਾਏ ਹੱਸ ਰਹੀ ਹੈ। ਉਸਨੇ ਸੋਚਿਆ ਸੀ ਕਿ ਡਾਲੀਆ ਬਾਰੇ ਸੁਣਦੇ ਹੀ ਉਹ ਆਮ ਇੰਡੀਅਨ ਕੁੜੀਆਂ ਵਾਂਗ ਰੋਣ ਲੱਗ ਜਾਵੇਗੀ। ਸੀਮਾ ਉਸਨੂੰ ਅਤੇ ਡਾਲੀਆ ਨੂੰ ਬੁਰਾ ਬੋਲੇਗੀ, ਪਰ ਸੀਮਾ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਸੀ। ਗੌਰਵ ਨੇ ਪੁੱਛਿਆ, ਇਹ ਸੁਣ ਕੇ ਤੂੰ ਉਦਾਸ ਕਿਉਂ ਨਹੀਂ ਹੋਈ? ਤੂੰ ਹੱਸ ਕਿਉਂ ਰਹੀ ਹੈ? ਮੈਂ ਤੁਹਾਨੂੰ ਸੱਚ ਦੱਸਾਂ, ਸੀਮਾ ਨੇ ਕਿਹਾ। ਗੌਰਵ ਸੀਮਾ ਵੱਲ ਦੇਖਦਾ ਰਿਹਾ। ਸੀਮਾ ਬੋਲੀ, ਤੁਸੀਂ ਮੇਰੀ ਸਮੱਸਿਆ ਹੱਲ ਕਰ ਦਿੱਤੀ ਹੈ। ਗੌਰਵ, ਸੱਚ ਤਾਂ ਇਹ ਹੈ ਕਿ ਮੈਂ ਵਿਆਹ ਤੋਂ ਪਹਿਲਾਂ ਕਿਸੇ ਹੋਰ ਨੂੰ ਪਿਆਰ ਕਰਦੀ ਸੀ। ਇਹ ਵਿਆਹ ਮੇਰੀ ਮਰਜ਼ੀ ਦੇ ਖਿਲਾਫ ਹੋਇਆ ਸੀ। ਮੇਰੇ ਪ੍ਰੇਮੀ ਮਨੋਜ ਦੀ ਪੜ੍ਹਾਈ ਪੂਰੀ ਹੋਣ 'ਚ ਅਜੇ 2 ਸਾਲ ਬਾਕੀ ਸਨ। ਇਸ ਲਈ ਮੈਨੂੰ ਕਿਸੇ ਤਰ੍ਹਾਂ 2 ਸਾਲ ਇੰਤਜ਼ਾਰ ਕਰਨਾ ਪੈਣਾ ਸੀ। ਮੈਂ ਉਲਝਣ ਵਿੱਚ ਫਸੀ ਹੋਈ ਸੀ, ਪਰ ਤੁਸੀਂ ਮੇਰੀ ਸਮੱਸਿਆ ਨੂੰ ਆਸਾਨ ਕਰ ਦਿੱਤਾ। ਧੰਨਵਾਦ ਗੌਰਵ, ਇਹ ਬਹੁਤ ਚੰਗੀ ਗੱਲ ਹੈ। ਅਸੀਂ ਦੋਵੇਂ ਇੱਕੋ ਕਿਸ਼ਤੀ ਦੇ ਯਾਤਰੀ ਨਿਕਲੇ। ਕੀ ਤੂੰ ਸੱਚ ਕਹਿ ਰਹੀ ਹੈ? ਗੌਰਵ ਨੂੰ ਯਕੀਨ ਨਹੀਂ ਆ ਰਿਹਾ ਸੀ। ਪਤਾ ਨਹੀਂ ਕਿਉਂ ਉਸਨੂੰ ਇਹ ਸੁਣਨਾ ਚੰਗਾ ਨਹੀਂ ਲੱਗਾ। ਸੀਮਾ ਨੇ ਕਿਹਾ, ਹੈਰਾਨ ਹੋਣ ਵਾਲੀ ਕੀ ਗੱਲ ਹੈ? ਜੇਕਰ ਅਜਿਹਾ ਨਾ ਹੁੰਦਾ ਤਾਂ ਪਹਿਲੇ ਦਿਨ ਹੀ ਆਪਣੇ ਪਤੀ ਤੋਂ ਅਜਿਹੀ ਗੱਲ ਸੁਣ ਕੇ ਕਿਹੜੀ ਪਤਨੀ ਹੋਵੇਗੀ ਜੋ ਆਪਣੇ ਹੰਝੂ ਨਾ ਵਹਾਏ? ਗੌਰਵ ਨੇ ਕਿਹਾ, ਅੱਛਾ, ਸਾਡੀ ਦੋਹਾਂ ਦੀ ਸਮੱਸਿਆ ਹੱਲ ਹੋ ਗਈ ਹੈ। ਪਰ ਉਸਦੀ ਆਵਾਜ਼ ਵਿੱਚ ਕੋਈ ਖੁਸ਼ੀ ਨਹੀਂ ਸੀ। ਇਹ ਸਾਰੀਆਂ ਗੱਲਾਂ ਸੁਣ ਕੇ ਡਾਲੀਆ ਬਹੁਤ ਖੁਸ਼ ਹੋ ਰਹੀ ਸੀ ਕਿ ਖੈਰ ਇੱਕ ਸਮੱਸਿਆ ਹੱਲ ਹੋ ਗਈ ਹੈ। ਉਸਨੂੰ ਡਰ ਸੀ ਕਿ ਪਤਾ ਨਹੀਂ ਸੀਮਾ ਕੀ ਕਰੇਗੀ, ਪਰ ਹੁਣ ਕੁਝ ਨਹੀਂ ਹੋਵੇਗਾ। ਉਸਨੇ ਸੁੱਖ ਦਾ ਸਾਹ ਲਿਆ ਅਤੇ ਫਿਰ ਘਰ ਦੀ ਇੱਕ ਛੱਤ ਥੱਲੇ ਹੀ ਪਤੀ ਪਤਨੀ ਅਤੇ ਉਹਦਾ ਸਿਲਸਿਲਾ ਸ਼ੁਰੂ ਹੋ ਗਿਆ। ਸਵੇਰੇ ਗੌਰਵ ਅਤੇ ਡਾਲੀਆ ਦੋਵੇਂ ਆਪਣੇ ਕੰਮ ਤੇ ਚਲੇ ਜਾਂਦੇ। ਸੀਮਾ ਆਪਣੇ ਤਿੰਨਾਂ ਲਈ ਖਾਣਾ ਬਣਾਉਂਦੀ ਅਤੇ ਘਰ ਦਾ ਸਾਰਾ ਕੰਮ ਕਰਦੀ। ਕੁਝ ਦਿਨ ਸਭ ਕੁਝ ਠੀਕ ਚੱਲਿਆ। 1 ਮਹੀਨੇ ਦੇ ਅੰਦਰ ਹੀ ਸੀਮਾ ਨੇ ਇੱਥੋਂ ਦੇ ਰੀਤੀ ਰਿਵਾਜ ਅਤੇ ਜੀਵਨ ਸ਼ੈਲੀ ਨੂੰ ਜਾਣ ਲਿਆ ਸੀ। ਇੱਕ ਦਿਨ ਜਦੋਂ ਗੌਰਵ ਅਤੇ ਡਾਲੀਆ ਸ਼ਾਮ ਨੂੰ ਘਰ ਆਏ ਤਾਂ ਖਾਣਾ ਨਹੀਂ ਬਣਿਆ ਸੀ। ਜਦੋਂ ਸੀਮਾ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ, ਮਾਫ ਕਰਨਾ ਗੌਰਵ, ਅੱਜ ਮੈਨੂੰ ਭੁੱਖ ਨਹੀਂ ਸੀ, ਇਸ ਲਈ ਮੈਂ ਕੁਝ ਨਹੀਂ ਬਣਾਇਆ। ਹਰ ਰੋਜ਼ ਖਾਣਾ ਮੈਂ ਆਪਣੇ ਲਈ ਬਣਾਉਂਦੀ ਸੀ, ਇਸ ਲਈ ਨਾਲ ਹੀ ਤੁਹਾਡੇ ਦੋਵਾਂ ਲਈ ਵੀ ਬਣਾ ਦਿੰਦੀ ਸੀ। ਗੌਰਵ ਨੇ ਪੁੱਛਿਆ, ਤਾਂ ਅੱਜ ਕੌਣ ਖਾਣਾ ਬਣਾਏਗਾ? ਸੀਮਾ ਨੇ ਕਿਹਾ, ਮੇਰੇ ਇੱਥੇ ਆਉਣ ਤੋਂ ਪਹਿਲਾਂ ਤੁਸੀਂ ਲੋਕ ਆਪਣੇ ਲਈ ਖਾਣਾ ਬਣਾਉਂਦੇ ਹੀ ਹੋਵੋਗੇ। ਹਾਂ, ਪਰ ਉਸ ਸਮੇਂ ਘਰ ਵਿੱਚ ਹੋਰ ਕੋਈ ਨਹੀਂ ਸੀ, ਇਸ ਲਈ ਬਣਾਉਂਦੇ ਸੀ। ਫਿਰ ਹੁਣ ਵੀ ਇਸ ਤਰ੍ਹਾਂ ਹੀ ਸੋਚ ਲਵੋ। ਕਿਉਂ? ਹੁਣ ਤੂੰ ਇੱਥੇ ਹੈ ਨਾ, ਕੀ ਮੈਂ ਤੁਹਾਡੇ ਲਈ ਇੱਥੇ ਖਾਣਾ ਬਣਾਉਣ ਲਈ ਆਈ ਹਾਂ? ਜੇ ਤੂੰ ਇੱਥੇ ਰਹਿਣਾ ਹੈ ਤਾਂ ਤੈਨੂੰ ਕੰਮ ਵੀ ਕਰਨਾ ਪਏਗਾ। ਮੈਨੂੰ ਇੱਥੇ ਰਹਿਣ ਵਿੱਚ ਕੋਈ ਦਿਲਚਸਪੀ ਨਹੀਂ ਹੈ। 2 ਸਾਲ ਦੀ ਸ਼ਰਤ ਤੁਹਾਡੇ ਵੱਲੋਂ ਹੈ। ਜੇ ਤੁਹਾਨੂੰ ਇਹ ਪਸੰਦ ਨਹੀਂ ਹੈ ਤਾਂ ਮੈਂ ਚਲੀ ਜਾਵਾਂਗੀ। ਸੀਮਾ ਨੇ ਸ਼ਾਂਤ ਹੋ ਕੇ ਜਵਾਬ ਦਿੱਤਾ। ਗੌਰਵ ਨੂੰ ਬਹੁਤ ਗੁੱਸਾ ਆਇਆ,
ਪਰ ਕੁਝ ਨਾ ਕਹਿ ਸਕਿਆ। ਅਗਲੇ ਦਿਨ ਜਦੋਂ ਦੋਵੇਂ ਆਏ ਤਾਂ ਖਾਣਾ ਤਿਆਰ ਸੀ। ਸੀਮਾ ਨੇ ਅੱਜ ਬਹੁਤ ਵਧੀਆ ਖਾਣਾ ਤਿਆਰ ਕੀਤਾ ਹੋਇਆ ਸੀ। ਗੌਰਵ ਹੈਰਾਨ ਸੀ। ਉਸਨੇ ਪੁੱਛਿਆ ਕਿ ਅੱਜ ਕੋਈ ਖਾਸ ਗੱਲ ਹੈ? ਹਾਂ ਗੌਰਵ, ਅੱਜ ਮੈਂ ਬਹੁਤ ਖੁਸ਼ ਹਾਂ। ਅੱਜ ਮੇਰਾ ਮਨੋਜ ਇੱਥੇ ਆਇਆ ਹੋਇਆ ਹੈ ਅਤੇ ਅੱਜ ਉਹ ਮੈਨੂੰ ਮਿਲਣ ਆ ਰਿਹਾ ਹੈ। ਅੱਜ ਮੈਂ ਬਹੁਤ ਖੁਸ਼ ਹਾਂ। ਮਨੋਜ ਦੀ ਪੜ੍ਹਾਈ ਪੂਰੀ ਹੋ ਜਾਵੇਗੀ ਅਤੇ ਫਿਰ ਅਸੀਂ ਵੀ ਦੋਵੇਂ ਵਿਆਹ ਕਰਵਾ ਲਵਾਂਗੇ। ਹੁਣ ਅਸੀਂ ਵੀ ਦੋਵੇਂ ਮਿਲ ਸਕਾਂਗੇ ਤੁਹਾਡੇ ਵਾਂਗ ਹੀ। ਕੀ ਇਹ ਖੁਸ਼ੀ ਦੀ ਗੱਲ ਨਹੀਂ? ਉਦੋਂ ਹੀ ਸੀਮਾ ਦੇ ਮੋਬਾਈਲ ਦੀ ਘੰਟੀ ਵੱਜੀ। ਹੈਲੋ ਮਨੋਜ। ਮਾਫ ਕਰਨਾ ਗੌਰਵ, ਤੁਸੀਂ ਦੋਵੇਂ ਖਾਣਾ ਖਾ ਲਓ, ਮੈਂ ਮਨੋਜ ਨਾਲ ਕੁਝ ਗੱਲਾਂ ਕਰਨੀਆਂ ਹਨ। ਸੀਮਾ ਖੁਸ਼ ਹੋ ਕੇ ਆਪਣੇ ਕਮਰੇ ਵਿੱਚ ਚਲੀ ਗਈ। ਅੱਜ ਖਾਣਾ ਬਹੁਤ ਵਧੀਆ ਸੀ, ਪਰ ਗੌਰਵ ਨੂੰ ਮਜ਼ਾ ਨਹੀਂ ਆਇਆ। ਖਾਣਾ ਖਾਣ ਦੀ ਬਜਾਏ ਉਸਦਾ ਧਿਆਨ ਸੀਮਾ ਦੇ ਕਮਰੇ 'ਚੋਂ ਆ ਰਹੀ ਹਾਸੀ ਦੀ ਆਵਾਜ਼ ਤੇ ਜ਼ਿਆਦਾ ਸੀ। ਪਤਾ ਨਹੀਂ ਕਿਉਂ ਅੱਜ ਉਹ ਬੇਚੈਨ ਸੀ। ਡਾਲੀਆ ਨੇ ਇੱਕ ਦੋ ਵਾਰ ਪੁੱਛਿਆ, ਪਰ ਗੌਰਵ ਨੇ ਕੁਝ ਜਵਾਬ ਨਾ ਦਿੱਤਾ। ਅਗਲੇ ਦਿਨ ਜਦੋਂ ਗੌਰਵ ਅਤੇ ਡਾਲੀਆ ਕੰਮ ਤੇ ਜਾ ਰਹੇ ਸਨ ਤਾਂ ਸੀਮਾ ਨੇ ਘਰ ਦੀ ਚਾਬੀ ਗੌਰਵ ਨੂੰ ਦੇ ਦਿੱਤੀ ਅਤੇ ਕਿਹਾ, ਇਹ ਚਾਬੀ ਵੀ ਆਪਣੇ ਕੋਲ ਰੱਖੋ, ਮੈਨੂੰ ਅੱਜ ਆਉਣ ਵਿੱਚ ਦੇਰ ਹੋ ਸਕਦੀ ਹੈ। ਸੀਮਾ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਸੀ। ਕਿਉਂ? ਕੀ ਤੂੰ ਕਿਤੇ ਜਾ ਰਹੀ ਹੈ? ਹਾਂਜੀ, ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਮਨੋਜ ਇੱਥੇ ਆਇਆ ਹੋਇਆ ਹੈ। ਅੱਜ ਮੈਂ ਉਸ ਨੂੰ ਮਿਲਣ ਜਾ ਰਹੀ ਹਾਂ। ਕਿੰਨੀ ਦੇਰ ਬਾਅਦ ਅਸੀਂ ਦੋਵੇਂ ਮਿਲ ਸਕਾਂਗੇ। ਗੌਰਵ, ਮੈਂ ਅੱਜ ਬਹੁਤ ਖੁਸ਼ ਹਾਂ। ਇਹ ਚੰਗਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਡਾਲੀਆ ਹੈ, ਨਹੀਂ ਤਾਂ ਮੈਂ ਆਪਣੀ ਪੂਰੀ ਜ਼ਿੰਦਗੀ ਤੁਹਾਡੇ ਨਾਲ ਬਿਤਾਉਣੀ ਸੀ। ਫਿਰ ਮੇਰੇ ਪਿਆਰ ਦਾ ਪਤਾ ਨਹੀਂ ਕੀ ਹੋਣਾ ਸੀ। ਗੌਰਵ ਨੇ ਕਿਹਾ, ਕੀ ਤੈਨੂੰ ਆਪਣੇ ਪਤੀ ਦੇ ਸਾਹਮਣੇ ਕਿਸੇ ਹੋਰ ਆਦਮੀ ਬਾਰੇ ਗੱਲ ਕਰਨ ਵਿੱਚ ਸ਼ਰਮ ਨਹੀਂ ਆਉਂਦੀ? ਸੀਮਾ ਨੇ ਹੱਸਦਿਆਂ ਕਿਹਾ, ਭੁੱਲ ਗਏ? ਤੁਸੀਂ ਕਿਹਾ ਸੀ ਅਸੀਂ ਦੋਵੇਂ ਪਤੀ ਪਤਨੀ ਨਹੀਂ ਹਾਂ। ਕਿਉਂ? ਕੀ ਇਹ ਸੱਚ ਹੈ ਡਾਲੀਆ? ਹਾਂ ਠੀਕ ਹੈ। ਅੱਛਾ ਹੁਣ ਆਓ ਗੌਰਵ, ਸਾਨੂੰ ਦੇਰ ਹੋ ਰਹੀ ਹੈ। ਡਾਲੀਆ ਨੇ ਗੌਰਵ ਦਾ ਹੱਥ ਖਿੱਚਦਿਆਂ ਕਿਹਾ। ਉਸ ਸ਼ਾਮ ਜਦੋਂ ਗੌਰਵ ਘਰ ਆਇਆ ਤਾਂ ਸੀਮਾ ਘਰ ਨਹੀਂ ਸੀ। ਡਾਲੀਆ ਉਸਦੇ ਨਾਲ ਸੀ। ਫਿਰ ਵੀ ਕਿਸੇ ਕਾਰਨ ਗੌਰਵ ਨੂੰ ਕੁਝ ਪਸੰਦ ਨਹੀਂ ਆ ਰਿਹਾ ਸੀ। ਅੱਜ ਉਹ ਡਾਲੀਆ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰ ਰਿਹਾ ਸੀ। ਉਸ ਦਾ ਧਿਆਨ ਵਾਰ-ਵਾਰ ਘੜੀ ਵੱਲ ਜਾ ਰਿਹਾ ਸੀ। ਸੀਮਾ ਆਈ ਤਾਂ ਰਾਤ ਹੋ ਚੁੱਕੀ ਸੀ। ਸੀਮਾ ਦਾ ਚਿਹਰਾ ਖੁਸ਼ੀ ਨਾਲ ਚਮਕ ਰਿਹਾ ਸੀ। ਗੌਰਵ ਨੇ ਜਿਵੇਂ ਹੀ ਸੀਮਾ ਨੂੰ ਦੇਖਿਆ, ਉਸਨੇ ਪੁੱਛਿਆ, ਕੀ ਤੈਨੂੰ ਪਤਾ ਹੈ ਕਿ ਟਾਈਮ ਕੀ ਹੋ ਗਿਆ ਹੈ? ਤੂੰ ਇੰਨਾ ਸਮਾਂ ਕਿੱਥੇ ਸੀ? ਗੌਰਵ, ਤੁਸੀਂ ਮੈਨੂੰ ਇਸ ਤਰ੍ਹਾਂ ਝਿੜਕ ਰਹੇ ਹੋ ਜਿਵੇਂ ਮੈਂ ਤੁਹਾਡੀ ਪਤਨੀ ਹਾਂ। ਤਾਂ ਕਿ ਤੂੰ ਮੇਰੀ ਪਤਨੀ ਨਹੀਂ? ਤੁਸੀਂ ਵੀ ਕੀ ਮਜ਼ਾਕ ਕਰ ਰਹੇ ਹੋ? ਮੈਂ ਤੁਹਾਡੀ ਪਤਨੀ ਕਦੋਂ ਤੋਂ ਬਣੀ? ਅਸੀਂ ਵਿਆਹੇ ਹੋਏ ਹਾਂ। ਕੀ ਤੂੰ ਭੁੱਲ ਗਈ ਹੈ? ਹਾਂ, ਵਿਆਹ ਹੋ ਗਿਆ ਸੀ, ਪਰ ਤੁਹਾਡੀ ਪਤਨੀ ਡਾਲੀਆ ਹੈ, ਮੈਂ ਨਹੀਂ। ਤੁਸੀਂ ਮੈਨੂੰ ਇਹ ਪਹਿਲੇ ਦਿਨ ਹੀ ਦੱਸ ਦਿੱਤਾ ਸੀ। ਠੀਕ ਹੈ, ਅਸੀਂ ਦੋਵੇਂ ਪਤੀ ਪਤਨੀ ਨਹੀਂ। ਤੁਸੀਂ ਇਹ ਕਿਹਾ ਸੀ, ਮੈਂ ਨਹੀਂ। ਪਰ ਤੂੰ ਵੀ ਸੀਮਾ ਇਹ ਕਿਹਾ ਸੀ ਕਿ ਤੂੰ ਕਿਸੇ ਹੋਰ ਨੂੰ ਪਿਆਰ ਕਰਦੀ ਹੈ। ਮੈਂ ਤੁਹਾਡੇ ਕਹਿਣ ਤੋਂ ਬਾਅਦ ਕਿਹਾ ਸੀ। ਨਹੀਂ ਤਾਂ ਮੈਂ ਪਹਿਲਾਂ ਹੀ ਸਾਰੀ ਉਮਰ ਤੁਹਾਡੇ ਨਾਲ ਬਿਤਾਉਣ ਲਈ ਆਪਣਾ ਪਿਆਰ ਕੁਰਬਾਨ ਕਰ ਦਿੱਤਾ ਸੀ। ਤੁਹਾਡੇ ਭਰੋਸੇ ਹੀ ਇੱਥੋਂ ਤੱਕ ਆਈ ਸੀ। ਦੇਖ ਸੀਮਾ, ਮੈਂ ਤੇਰੇ ਨਾਲ ਬਹਿਸ ਨਹੀਂ ਕਰਨੀ ਚਾਹੁੰਦਾ, ਪਰ ਮੈਨੂੰ ਇਹ ਪਸੰਦ ਨਹੀਂ ਕਿ ਤੂੰ ਇੰਨੀ ਦੇਰ ਰਾਤ ਤੱਕ ਕਿਸੇ ਨਾਲ ਬਾਹਰ ਰਹੀ। ਤੁਹਾਨੂੰ ਜੋ ਚੰਗਾ ਲੱਗੇ ਮੈਂ ਉਹੀ ਕੁਝ ਕਰਾਂ, ਇਹ ਮੇਰੀ ਡਿਊਟੀ ਨਹੀਂ ਹੈ। ਮੈਨੂੰ ਵੀ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਪਸੰਦ ਨਹੀਂ ਹਨ, ਪਰ ਮੈਂ ਕਦੇ ਕੁਝ ਕਿਹਾ ਤੁਹਾਨੂੰ? ਤੂੰ ਵੀ ਬੋਲ ਸਕਦੀ ਹੈ ਸੀਮਾ। ਗੌਰਵ, ਤੁਸੀਂ ਮੈਨੂੰ ਅਜਿਹਾ ਕੋਈ ਹੱਕ ਨਹੀਂ ਦਿੱਤਾ। ਹੁਣ ਪਲੀਜ਼ ਤੁਸੀਂ ਜਾਓ, ਮੈਂ ਬਹੁਤ ਥੱਕ ਚੁੱਕੀ ਹਾਂ। ਗੁੱਡ ਨਾਈਟ। ਅਤੇ ਸੀਮਾ ਆਪਣੇ ਕਮਰੇ ਵਿੱਚ ਚਲੀ ਗਈ। ਗੌਰਵ ਉਸ ਵੱਲ ਦੇਖਦਾ ਰਿਹਾ। 1 ਮਹੀਨਾ ਬੀਤ ਗਿਆ ਸੀ। ਸੀਮਾ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਕਈ ਵਾਰ ਉਹ ਬਹੁਤ ਦੇਰ ਨਾਲ ਆਉਂਦੀ ਹੈ। ਜਦੋਂ ਗੌਰਵ ਲੇਟ ਆਉਣ ਬਾਰੇ ਪੁੱਛਦਾ ਤਾਂ ਸਪਸ਼ਟ ਜਵਾਬ ਨਾ ਦਿੰਦੀ। ਦਿਨੋ ਦਿਨ ਗੌਰਵ ਨੂੰ ਅੰਦਰੋਂ ਅੰਦਰੀ ਕੋਈ ਚੀਜ਼ ਚੁਭਦੀ ਜਾ ਰਹੀ ਸੀ। ਹੁਣ ਉਹ ਡਾਲੀਆ ਤੇ ਗੱਲ-ਗੱਲ ਤੇ ਗੁੱਸਾ ਕਰਦਾ ਰਹਿੰਦਾ ਸੀ। ਉਹ ਛੋਟੀ-ਛੋਟੀ ਗੱਲ ਨੂੰ ਲੈ ਕੇ ਡਾਲੀਆ ਨਾਲ ਝਗੜਾ ਕਰਨ ਲੱਗ ਪਿਆ ਸੀ। ਗੌਰਵ ਨੂੰ ਖੁਦ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਉਸ ਨਾਲ ਕੀ ਹੋ ਰਿਹਾ ਹੈ। ਉਸ ਦਾ ਧਿਆਨ ਇਸ ਗੱਲ ਤੇ ਕੇਂਦਰਿਤ ਰਹਿੰਦਾ ਸੀ ਕਿ ਸੀਮਾ ਕਦੋਂ ਆਉਂਦੀ ਹੈ ਅਤੇ ਕਦੋਂ ਜਾਂਦੀ ਹੈ, ਅਤੇ ਅੱਜ ਤਾਂ ਜਿਵੇਂ ਹੱਦ ਹੀ ਹੋ ਗਈ ਸੀ। ਅੱਜ ਮਨੋਜ ਵੀ ਸੀਮਾ ਦੇ ਨਾਲ ਘਰ ਆਇਆ ਸੀ। ਜਦੋਂ ਗੌਰਵ ਪਹੁੰਚਿਆ ਤਾਂ ਸੀਮਾ ਨੇ ਉਸ ਨੂੰ ਮਨੋਜ ਨਾਲ ਮਿਲਾਇਆ। ਗੌਰਵ ਤੋਂ ਕੁਝ ਬੋਲਿਆ ਨਾ ਗਿਆ, ਬਸ ਖਾਣ ਵਾਲੀਆਂ ਨਜ਼ਰਾਂ ਨਾਲ ਮਨੋਜ ਨੂੰ ਦੇਖਦਾ ਰਿਹਾ। ਮਨੋਜ, ਆ ਹੁਣ ਆਪਾਂ ਆਪਣੇ ਕਮਰੇ ਵਿੱਚ ਚੱਲਦੇ ਹਾਂ। ਮਨੋਜ ਉੱਠ ਕੇ ਸੀਮਾ ਨਾਲ ਉਸਦੇ ਕਮਰੇ ਵਿੱਚ ਚਲਾ ਗਿਆ। ਮਨੋਜ ਸਾਰੀ ਰਾਤ ਉੱਥੇ ਹੀ ਰਿਹਾ। ਜਦੋਂ ਸਵੇਰ ਮਨੋਜ ਚਲਾ ਗਿਆ ਤਾਂ ਗੌਰਵ ਸੀਮਾ ਤੇ ਟੁੱਟ ਕੇ ਪੈ ਗਿਆ। ਤੂੰ ਇਹ ਕੀ ਕੰਮ ਸ਼ੁਰੂ ਕਰ ਦਿੱਤਾ ਹੈ? ਕਿਉਂ, ਕੀ ਹੋਇਆ?
ਕੀ ਹੋਇਆ? ਜਿਵੇਂ ਕੁਝ ਹੋਇਆ ਹੀ ਨਹੀਂ। ਪਰ ਮੈਨੂੰ ਸੱਚੀ ਨਹੀਂ ਪਤਾ। ਗੌਰਵ, ਕੀ ਹੋਇਆ ਹੈ? ਕੋਈ ਸਮੱਸਿਆ ਹੈ? ਇੱਕ ਅਜਨਬੀ ਕੱਲ ਸਾਰੀ ਰਾਤ ਤੇਰੇ ਕਮਰੇ ਵਿੱਚ ਰਿਹਾ ਅਤੇ ਤੂੰ ਪੁੱਛਦੀ ਹੈ ਕਿ ਕੀ ਹੋਇਆ ਹੈ? ਮਨੋਜ ਕੋਈ ਅਜਨਬੀ ਨਹੀਂ ਹੈ। ਉਹ ਮੇਰਾ ਹੋਣ ਵਾਲਾ ਪਤੀ ਹੈ। ਉਹ ਤੇਰਾ ਹੋਣ ਵਾਲਾ ਪਤੀ ਹੈ। ਅਜੇ ਤੱਕ ਤੇਰਾ ਪਤੀ ਹੋਇਆ ਨਹੀਂ ਹੈ। ਇਸ ਟਾਈਮ ਮੈਂ ਤੇਰਾ ਪਤੀ ਹਾਂ। ਮਾਫ ਕਰਨਾ ਗੌਰਵ, ਪਰ ਤੁਸੀਂ ਡਾਲੀਆ ਦੇ ਪਤੀ ਹੋ। ਡਾਲੀਆ ਹਰ ਸਾਰੀ ਰਾਤ ਤੁਹਾਡੇ ਨਾਲ ਕਮਰੇ ਵਿੱਚ ਰਹਿੰਦੀ ਹੈ। ਮੈਂ ਕਦੇ ਕੁਝ ਨਹੀਂ ਕਿਹਾ। ਮੈਂ ਡਾਲੀਆ ਦਾ ਪਤੀ ਨਹੀਂ ਹਾਂ। ਮੈਂ ਅਜੇ ਡਾਲੀਆ ਨਾਲ ਵਿਆਹ ਨਹੀਂ ਕੀਤਾ। ਅੱਛਾ, ਤਾਂ ਤੁਸੀਂ ਦੋਵੇਂ ਬਿਨਾਂ ਵਿਆਹ ਕੀਤੇ ਹੀ? ਮੈਂ ਭੁੱਲ ਗਈ ਸੀ ਕਿ ਅਮਰੀਕਾ ਹੈ। ਵੈਸੇ ਤੁਸੀਂ ਹੁਣ ਵਿਆਹ ਕਦੋਂ ਕਰਨ ਜਾ ਰਹੇ ਹੋ? ਗੌਰਵ ਚੁੱਪਚਾਪ ਸੀਮਾ ਵੱਲ ਦੇਖ ਰਿਹਾ ਸੀ। ਉਸਨੇ ਕਿਹਾ, ਸੀਮਾ, ਯਾਦ ਹੈ ਅਸੀਂ ਵਿਆਹ ਤੋਂ ਬਾਅਦ ਇੱਕ ਰਾਤ ਇਕੱਠੇ ਬਿਤਾਈ ਸੀ? ਹੁਣ ਗੌਰਵ ਦੀ ਆਵਾਜ਼ ਕੁਝ ਭਾਵੁਕ ਸੀ। ਹਾਂ, ਯਾਦ ਹੈ। ਮੈਂ ਆਪਣੀ ਜ਼ਿੰਦਗੀ ਦੀ ਉਸ ਕਾਲੀ ਰਾਤ ਨੂੰ ਕਿਵੇਂ ਭੁੱਲ ਸਕਦੀ ਹਾਂ? ਕਾਲੀ ਰਾਤ? ਹਾਂ, ਇਸ ਨੂੰ ਮੈਂ ਹੋਰ ਕੀ ਕਹਿ ਸਕਦੀ ਹਾਂ? ਸੀਮਾ, ਮਾਫ ਕਰਨਾ, ਮੈਨੂੰ ਲੱਗਦਾ ਹੈ ਕਿ ਮੈਂ ਕਿਤੇ ਗਲਤੀ ਕੀਤੀ ਹੈ। ਗੌਰਵ, ਹੁਣ ਇਹ ਸਭ ਸੋਚਣ ਦਾ ਕੋਈ ਮਤਲਬ ਨਹੀਂ ਹੈ। ਸੀਮਾ, ਜੇ ਤੂੰ ਹਾਲੇ ਵੀ ਮੰਨੇ ਤਾਂ ਮਤਲਬ ਹੋ ਸਕਦਾ ਹੈ। ਕਿਵੇਂ? ਮੈਨੂੰ ਵੀ ਪਤਾ ਲੱਗੇ। ਸੀਮਾ, ਮੈਨੂੰ ਅਹਿਸਾਸ ਹੋ ਗਿਆ ਹੈ ਕਿ ਡਾਲੀਆ ਮੇਰੀ ਜ਼ਿੰਦਗੀ ਦੀ ਮੰਜ਼ਿਲ ਨਹੀਂ ਹੈ। ਇਹ ਮੇਰੀ ਜ਼ਿੰਦਗੀ ਦੀ ਗਲਤੀ ਸੀ। ਗੌਰਵ, ਜ਼ਿੰਦਗੀ ਦੀ ਹਰ ਗਲਤੀ ਨੂੰ ਸੁਧਾਰਿਆ ਨਹੀਂ ਜਾ ਸਕਦਾ। ਹੁਣ ਅਸੀਂ ਵਾਪਸ ਨਾ ਮੁੜਨ ਵਾਲੇ ਮੋੜ ਤੇ ਖੜੇ ਹਾਂ। ਸੀਮਾ, ਪਲੀਜ਼, ਮੈਨੂੰ ਇੱਕ ਮੌਕਾ ਚਾਹੀਦਾ ਹੈ। ਗੌਰਵ, ਮੈਨੂੰ ਮਾਫ ਕਰਨਾ, ਮੈਂ ਮਨੋਜ ਨੂੰ ਧੋਖਾ ਨਹੀਂ ਦੇ ਸਕਦੀ। ਸੀਮਾ, ਤੂੰ ਜੋ ਵੀ ਕਹੇ, ਸਾਡਾ ਵਿਆਹ ਪਵਿੱਤਰ ਅਗਨੀ ਦੇ 7 ਫੇਰੇ ਲੈ ਕੇ ਸਾਰਿਆਂ ਦੇ ਸਾਹਮਣੇ ਹੋਇਆ ਸੀ। ਅਸੀਂ ਸਾਰੀ ਉਮਰ ਇਕੱਠੇ ਰਹਿਣ ਦਾ ਪ੍ਰਣ ਲਿਆ ਸੀ। ਕੀ ਤੁਹਾਨੂੰ ਅੱਜ ਇਹ ਸਭ ਕੁਝ ਯਾਦ ਆਇਆ ਹੈ? ਸੀਮਾ, ਇਹ ਮੇਰੀ ਗਲਤੀ ਸੀ ਅਤੇ ਮੈਂ ਨਹੀਂ ਮੰਨਦਾ ਕਿ ਕੋਈ ਵੀ ਗਲਤੀ ਠੀਕ ਨਹੀਂ ਕੀਤੀ ਜਾ ਸਕਦੀ। ਚੰਗਾ, ਇਸ ਗਲਤੀ ਨੂੰ ਤੁਸੀਂ ਕਿਵੇਂ ਸੁਧਾਰੋਗੇ? ਤੁਸੀਂ ਆਪਣੇ ਕਮਰੇ ਵਿੱਚ ਬੈਠੀ ਡਾਲੀਆ ਨੂੰ ਕੀ ਜਵਾਬ ਦਿਓਗੇ? ਡਾਲੀਆ ਲਈ ਮੈਂ ਇਕੱਲਾ ਨਹੀਂ ਹਾਂ। ਉਸ ਕੋਲ ਦੋਸਤਾਂ ਦੀ ਫੌਜ ਹੈ। ਅੱਛਾ, ਤਾਂ ਇਸ ਲਈ ਅੱਜ ਮੇਰੇ ਲਈ ਪਿਆਰ ਆ ਰਿਹਾ ਹੈ? ਨਹੀਂ ਸੀਮਾ, ਅਜਿਹਾ ਨਹੀਂ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਤੈਨੂੰ ਸੱਚਮੁੱਚ ਪਿਆਰ ਕਰਨ ਲੱਗ ਪਿਆ ਹਾਂ। ਮੈਂ ਤੈਨੂੰ ਮਨੋਜ ਨਾਲ ਨਹੀਂ ਦੇਖ ਸਕਦਾ। ਮੈਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਮੇਰੀ ਪਤਨੀ ਕਿਸੇ ਹੋਰ ਨਾਲ। ਨਹੀਂ, ਇਹ ਨਹੀਂ ਹੋ ਸਕਦਾ। ਗੌਰਵ, ਇਹ ਪਿਆਰ ਨਹੀਂ ਹੈ। ਇਹ ਮਰਦਾਂ ਦੀ ਮਹਿਜ਼ ਕੁਦਰਤੀ ਈਰਖਾ ਹੈ। ਤੂੰ ਜੋ ਮਰਜ਼ੀ ਕਹਿ, ਪਰ ਸੀਮਾ, ਅੱਜ ਤੋਂ ਮੇਰੀ ਜ਼ਿੰਦਗੀ ਵਿੱਚ ਤੇਰੇ ਸਿਵਾਏ ਕਿਸੇ ਹੋਰ ਔਰਤ ਲਈ ਕੋਈ ਥਾਂ ਨਹੀਂ ਹੋਵੇਗੀ। ਪਰ ਮੇਰਾ ਪਿਆਰ ਮਨੋਜ ਹੈ, ਉਸ ਦਾ ਕੀ ਹੋਵੇਗਾ? ਸੀਮਾ, ਅਸੀਂ ਵਿਆਹ ਕਰਵਾ ਕੇ ਇੱਥੇ ਆਏ ਹਾਂ ਅਤੇ ਜੇ ਡਾਲੀਆ ਇੱਥੇ ਨਾ ਹੁੰਦੀ ਤਾਂ ਤੂੰ ਮਨੋਜ ਨੂੰ ਭੁੱਲ ਕੇ ਮੇਰੇ ਨਾਲ ਸਾਰੀ ਜ਼ਿੰਦਗੀ ਬਿਤਾਉਣੀ ਸੀ ਤੇ ਫਿਰ ਤੂੰ ਮਨੋਜ ਨੂੰ ਭੁੱਲ ਜਾਣਾ ਸੀ। ਸੀਮਾ ਹਿਚਕਚਾਈ। ਪਰ ਸੀਮਾ, ਪਲੀਜ਼, ਭੁੱਲ ਜਾਓ, ਸਭ ਕੁਝ ਭੁੱਲ ਜਾਓ। ਅਸੀਂ ਦੋਵੇਂ ਸਭ ਕੁਝ ਭੁੱਲ ਜਾਂਦੇ ਹਾਂ। ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਾਂਗੇ। ਮੈਂ ਦੇਖਾਂਗੀ। ਮੈਨੂੰ ਸੋਚਣ ਲਈ ਕੁਝ ਸਮਾਂ ਚਾਹੀਦਾ ਹੈ। ਵੈਸੇ ਵੀ ਜਿੰਨਾ ਚਿਰ ਡਾਲੀਆ ਇਸ ਘਰ ਵਿੱਚ ਹੈ, ਸੋਚਣ ਲਈ ਕੁਝ ਵੀ ਨਹੀਂ ਹੈ। ਇਹ ਸਭ ਮੇਰੇ ਤੇ ਛੱਡ ਦੇ। ਮੈਨੂੰ ਆਪਣੀ ਗਲਤੀ ਦਾ ਪੂਰਾ ਅਹਿਸਾਸ ਹੋ ਗਿਆ ਹੈ। ਅਤੇ ਫਿਰ ਅਗਲੇ 2 ਦਿਨਾਂ ਵਿੱਚ ਡਾਲੀਆ ਨੇ ਗੌਰਵ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਛੱਡ ਦਿੱਤਾ। ਸੀਮਾ, ਹੁਣ ਤੂੰ ਮੇਰੇ ਬਾਰੇ ਕੀ ਸੋਚਿਆ ਹੈ? ਮੈਂ ਤੁਹਾਨੂੰ ਕੱਲ ਨੂੰ ਦੱਸਾਂਗੀ। ਅਗਲੇ ਦਿਨ ਗੌਰਵ ਨੂੰ ਸੀਮਾ ਦਾ ਜਵਾਬ ਪੱਤਰ ਦੇ ਰੂਪ ਵਿੱਚ ਮਿਲਿਆ। ਗੌਰਵ, ਮਾਫ ਕਰਨਾ, ਪਰ ਮੈਂ ਹਮੇਸ਼ਾ ਲਈ ਜਾ ਰਹੀ ਹਾਂ। ਪਰ ਕਿੱਥੇ? ਤੁਹਾਨੂੰ ਇਹ ਜਾਣਨ ਦਾ ਕੋਈ ਹੱਕ ਨਹੀਂ ਹੈ। ਹਾਂ, ਮੇਰੇ ਜਾਣ ਤੋਂ ਪਹਿਲਾਂ ਇੱਕ ਗੱਲ ਹੋਰ, ਮੇਰੀ ਜ਼ਿੰਦਗੀ ਵਿੱਚ ਕਦੇ ਕੋਈ ਮਨੋਜ ਨਹੀਂ ਸੀ। ਮੈਂ ਇੱਥੇ ਬਹੁਤ ਸਾਰੇ ਸੁਪਨੇ ਲੈ ਕੇ ਆਈ ਸੀ। ਮੇਰੇ ਦਿਲ ਵਿੱਚ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਪਰ ਤੁਸੀਂ ਜੋ ਝਟਕਾ ਮੈਨੂੰ ਦਿੱਤਾ ਸੀ, ਉਸਨੇ ਇੱਕ ਕਾਲਪਨਿਕ ਮਨੋਜ ਬਣਾਇਆ ਸੀ। ਬਸ, ਜਿਸ ਮਨੋਜ ਨੂੰ ਤੁਸੀਂ ਦੇਖਿਆ, ਉਹ ਅਸਲ ਵਿੱਚ ਮੇਰਾ ਚਚੇਰਾ ਭਰਾ ਸੀ। ਉਹ ਇੱਥੇ ਅਮਰੀਕਾ ਵਿੱਚ ਹੀ ਸੀ। ਮੈਂ ਉਸ ਦੀ ਮਦਦ ਲਈ ਅਤੇ ਅਸੀਂ ਆਪਣੇ ਨਾਟਕ ਵਿੱਚ ਸਫਲ ਹੋ ਗਏ। ਗੌਰਵ, ਅਸੀਂ ਜ਼ਿੰਦਗੀ ਦੀਆਂ ਸਾਰੀਆਂ ਗਲਤੀਆਂ ਨੂੰ ਠੀਕ ਨਹੀਂ ਕਰ ਸਕਦੇ। ਕੀ ਤੁਸੀਂ ਮੇਰਾ ਕੁਆਰਾਪਨ ਮੈਨੂੰ ਵਾਪਸ ਦੇ ਸਕਦੇ ਹੋ? ਉਸ ਰਾਤ ਇੱਕ ਔਰਤ ਨੇ ਪੂਰੀ ਸ਼ਰਧਾ ਨਾਲ ਆਪਣੇ ਪਤੀ ਨੂੰ ਸਭ ਕੁਝ ਭੇਂਟ ਕਰ ਦਿੱਤਾ ਸੀ। ਤੁਸੀਂ ਕਦੇ ਨਹੀਂ ਸਮਝ ਸਕੋਗੇ ਕਿ ਵਿਸ਼ਵਾਸ ਗੁਆਉਣ ਦਾ ਕੀ ਮਤਲਬ ਹੈ। ਕੀ ਤੁਸੀਂ ਕਦੇ ਉਹ ਚੀਖ ਸੁਣ ਸਕਦੇ ਹੋ ਜੋ ਮੇਰੇ ਸਰੀਰ ਵਿੱਚ ਉੱਠੀ ਸੀ? ਅੱਜ ਦੀ ਔਰਤ ਬਦਲ ਗਈ ਹੈ। ਮੈਨੂੰ ਇਹ ਡਰਾਮਾ ਸਿਰਫ ਤੁਹਾਨੂੰ ਅਹਿਸਾਸ ਦਿਵਾਉਣ ਲਈ ਕਰਨਾ ਪਿਆ। ਅਤੇ ਇੱਕ ਹੋਰ ਗੱਲ, ਜੇ ਮੈਂ ਅਜਿਹੀ ਗਲਤੀ ਕੀਤੀ ਹੁੰਦੀ ਤਾਂ ਤੁਸੀਂ ਕੀ ਕਰਦੇ? ਕੀ ਤੁਸੀਂ ਇਸ ਨੂੰ ਇੱਕ ਗਲਤੀ ਸਮਝਦੇ ਹੋਏ ਮੈਨੂੰ ਮਾਫ ਕਰਨ ਦੇ ਯੋਗ ਹੁੰਦੇ?
ਅਜਿਹੀਆਂ ਕਿੰਨੀਆਂ ਹੀ ਸੀਮਾਂ ਹੋਣਗੀਆਂ ਸਮਾਜ ਵਿੱਚ। ਤੁਹਾਨੂੰ ਅਤੇ ਤੁਹਾਡੇ ਵਰਗੇ ਸਾਰੇ ਆਦਮੀਆਂ ਨੂੰ ਤੁਹਾਡੀ ਗਲਤੀ ਦਾ ਅਹਿਸਾਸ ਕਰਾਉਣ ਲਈ ਹੀ ਮੇਰੇ ਵੱਲੋਂ ਅਜਿਹਾ ਕੀਤਾ ਗਿਆ। ਅਲਵਿਦਾ। ਗੌਰਵ ਘਬਰਾਹਟ ਵਿੱਚ ਚਿੱਠੀ ਪੜ੍ਹਦਾ ਗਿਆ ਤੇ ਉਸਦੀਆਂ ਅੱਖਾਂ ਚਿੱਠੀ ਵਿੱਚ ਹੀ ਗੁਆਚ ਗਈਆਂ ਸਨ। ਤੁਸੀਂ ਸੁਣੀ ਕਹਾਣੀ ਧੋਖਾ। ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ। ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ, ਕਹਾਣੀ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ।